Hello students, welcome to my YouTube channel, The Quest, Mathematics for Engineering, Secondary and Senior Secondary Classes by Tu Sir. Last lecture ਦੇ ਵਿੱਚ ਆਪਾਂ ਡਿਸਕਸ ਕੀਤਾ ਸੀਗਾ ਰਿਲੇਸ਼ਨਸ ਐਂਡ ਫੰਕਸ਼ਨਸ ਦੇ ਚੈਪਟਰ ਦੇ ਵਿੱਚ ਫੰਕਸ਼ਨਸ ਦਾ ਟੌਪਿਕ ਸ਼ੁਰੂ ਕੀਤਾ ਸੀ ਔਰ ਉਹਦੀ ਡੈਫੀਨੇਸ਼ਨ ਵਗੈਰਾ ਔਰ ਫੰਕਸ਼ਨਸ ਕੀ ਹੁੰਦੇ ਨੇ ਕੁਝ ਆਪਾਂ ਐਗਜ਼ਾਮਪਲਸ ਡਿਸਕਸ ਕੀਤੀਆਂ ਸੀਗੀਆਂ। ਅੱਜ ਆਪਾਂ ਸ਼ੁਰੂ ਕਰਦੇ ਹਾਂ ਫੰਕਸ਼ਨਸ ਦੀ ਟਾਈਪਸ ਕਿਹੜੀਆਂ ਨੇ, ਗ੍ਰਾਫ ਬਣਾਉਂਦੇ ਆ ਕਿ ਕਿਸ ਤਰ੍ਹਾਂ ਦੇ ਗ੍ਰਾਫ ਡਿਫਰੈਂਟ ਟਾਈਪ ਆਫ ਫੰਕਸ਼ਨਸ ਦੇ ਬਣਦੇ ਨੇ। ਠੀਕ ਹੈ, ਅਗਰ ਤੁਸੀਂ ਇਸ ਟੌਪਿਕ ਨੂੰ ਬੜੇ ਵਧੀਆ ਤਰੀਕੇ ਨਾਲ ਸਮਝ ਲੈਂਦੇ ਹੋ ਤਾਂ ਤੁਹਾਨੂੰ ਇਹਦੇ ਜਿਹੜੀ ਐਕਸਰਸਾਈਜ਼ ਹੈ, ਇਹਦੇ ਜਿਹੜੇ ਕੁਐਸਚਨਸ ਨੇ ਉਹ ਕਾਫੀ ਈਜ਼ੀ ਹੋ ਜਾਣਗੇ। So let's start with the first type, the constant function. ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਇਹ ਫੰਕਸ਼ਨ ਜਿਹੜਾ ਹੈਗਾ ਉਹ ਰੀਅਲ ਨੰਬਰ ਦੇ ਸੈੱਟ ਤੋਂ ਰੀਅਲ ਨੰਬਰ ਦਾ ਸੈੱਟ ਯਾਨੀ ਕਿ ਡੋਮੇਨ ਐਂਡ ਰੇਂਜ ਦੋਨੋਂ ਹੀ ਸੈੱਟ ਆਫ ਰੀਅਲ ਨੰਬਰਸ ਨੇ and it is defined by y is equal to fx is equal to a constant quantity. This constant quantity is also a real quantity. Okay, और ਜਿਹੜੇ ਇਹਦੇ ਡੋਮੇਨ ਵਾਲੇ ਐਲੀਮੈਂਟਸ ਨੇ ਉਹ ਵੀ ਸੈੱਟ ਆਫ ਰੀਅਲ ਨੰਬਰਸ ਤੋਂ ਬਿਲੋਂਗ ਕਰਦੇ ਨੇ। ਠੀਕ ਹੈ, ਤਾਂ ਜਦੋਂ ਆਪਾਂ ਇਹਦਾ ਗ੍ਰਾਫ ਬਣਾਵਾਂਗੇ ਯਾਨੀ ਕਿ ਕਨਸਟੈਂਟ ਫੰਕਸ਼ਨ ਆਪਾਂ ਇਸ ਤਰ੍ਹਾਂ ਡਿਫਾਈਨ ਕਰ ਸਕਦੇ ਹਾਂ y fx is some constant quantity, ਔਰ ਜਦੋਂ ਆਪਾਂ ਇਹਦਾ ਗ੍ਰਾਫ ਬਣਾਵਾਂਗੇ ਤਾਂ ਆਪਣੇ ਕੋਲ ਗ੍ਰਾਫ ਜਿਹੜਾ ਆਏਗਾ this is our x axis x minus y plus और y minus का ग्राफ एक लाइन आएगी अपने को that is y is equal to c, this distance is c। ਤਾਂ ਇਹ ਜਿਹੜੀ ਲਾਈਨ ਆਈ ਹੈ this line is parallel to x axis। ਹੁਣ ਇਹ ਆਪਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਆਹ ਲਾਈਨ ਆਈ ਹੈ? ਤੁਸੀਂ ਡੋਮੇਨ ਦੇ ਸੈੱਟ ਵਿੱਚੋਂ x ਦੀ ਜੋ ਆਪਾਂ ਵੈਲਿਊਜ਼ ਲਵਾਂਗੇ ਕਿਉਂਕਿ x ਜਿਹੜਾ ਹੈ ਉਹ ਸੈੱਟ ਆਫ ਰੀਅਲ ਨੰਬਰਸ ਨਾਲ ਔਰ ਉਹ ਡੋਮੇਨ ਨੂੰ ਸ਼ੋ ਕਰਦਾ ਹੈ, ਡੋਮੇਨ ਐਲੀਮੈਂਟ ਸ਼ੋ ਕਰ ਰਿਹਾ ਹੈ। ਤਾਂ x ਦੀ ਕੋਈ ਵੀ ਆਪਾਂ ਵੈਲਿਊ ਲਵਾਂਗੇ y ਦੀ ਜਿਹੜੀ ਵੈਲਿਊ ਆਏਗੀ x ਦੀ ਕੋਈ ਵੀ ਵੈਲਿਊ ਦੇ ਲਈ ਉਹ ਕਨਸਟੈਂਟ ਹੀ ਆਏਗੀ ਯਾਨੀ ਕਿ c ਆਏਗੀ। ਜੇ ਤੁਸੀਂ ਇਹਦਾ ਟੇਬਲ ਬਣਾਉਣ ਲੱਗੋ ਤਾਂ ਸੁਪੋਜ਼ ਕਰੋ ਕਿ ਤੁਸੀਂ ਜਿਹੜੀ ਰੀਅਲ ਵੈਲਿਊ ਲੈ ਰਹੇ ਹੋ, ਸੁਪੋਜ਼ ਨੈਗੇਟਿਵ ਵੀ ਲੈ ਲਈਆਂ ਤੁਸੀਂ, ਪੋਜ਼ਿਟਿਵ ਵੀ ਲੈ ਲਈਆਂ। ਹੁਣ ਜਦੋਂ ਆਪਾਂ ਫੰਕਸ਼ਨ ਦੇ ਅੰਦਰ ਭਰਾਂਗੇ ਤਾਂ y ਦੀ ਵੈਲਿਊ ਹਮੇਸ਼ਾ ਇਨ ਐਨੀ ਕੇਸ ਦੇ ਵਿੱਚ c ਹੀ ਆਏਗੀ। ਸੋ ਵੈਨ ਯੂ ਵਿਲ ਡਰਾ this graph on the plane you will get this a line that is parallel to x axis। और ਇਸ ਤਰ੍ਹਾਂ ਦਾ ਕਾਂਸਟੈਂਟ ਫੰਕਸ਼ਨ ਕੁਝ ਵੀ ਹੋ ਸਕਦਾ। ਸਪੋਜ਼ ਕਰੋ y is equal to fx is equal to 3 और -3 5 ठीक है और -7 ਤਾਂ ਇਹਦੇ ਗ੍ਰਾਫ ਕੀ ਬਣਨਗੇ? ਅਗਰ ਤਾਂ y is equal to fx is equal to 3 ਹੈ ਨਾ, y ਪੋਜ਼ਿਟਿਵ ਹੈ +3 ਹੈ, ਲੈਟਸ 3 ਡਿਸਟੈਂਸ ਲੈ ਲਓ 1 2 and 3। so this is y is equal to 3 line and it is parallel to x axis। ਅਗਰ y is equal to ਆਪਾਂ ਆ ਕਾਂਸਟੈਂਟ ਫੰਕਸ਼ਨ ਲੈ ਰਹੇ ਹਾਂ y is equal to -3 ਤਾਂ ਉਹ ਥੱਲੇ ਪਾਸੇ ਆ ਜਾਏਗਾ, ਨਿਚਲੇ ਪਾਸੇ ਆ ਜਾਏਗਾ y is equal to -3। in any case ਜੋ ਆਪਾਂ ਗ੍ਰਾਫ ਕੱਢਿਆ ਉਹ x axis ਦੇ ਪੈਰਲਲ ਇੱਕ ਲਾਈਨ ਆਪਣੇ ਕੋਲ ਆਏਗੀ, ਚਾਹੇ ਉਹ ਅਪਰ ਸਾਈਡ ਆ ਰਹੀ ਹੈ ਚਾਹੇ y axis ਦੇ ਡਾਊਨ ਸਾਈਡ ਤੇ ਆ ਰਹੀ ਹੈ। ਓਕੇ, ਸੋ ਦਿਸ ਇਜ਼ ਦ ਡੈਫੀਨੇਸ਼ਨ ਆਫ ਅ ਕਾਂਸਟੈਂਟ ਫੰਕਸ਼ਨ। ਨੈਕਸਟ ਡੈਫੀਨੇਸ਼ਨ ਆਪਣੀ ਬਣਦੀ ਹੈ ਆਈਡੈਂਟੀਟੀ ਫੰਕਸ਼ਨ। ਆਈਡੈਂਟੀਟੀ ਫੰਕਸ਼ਨ ਕੀ ਹੁੰਦਾ ਹੈ? ਆਪਾਂ ਇਸ ਫੰਕਸ਼ਨ ਦੇਖੋ ਐਕਚੁਅਲੀ ਜੋ ਆਪਾਂ ਹੁਣ ਡੈਫੀਨੇਸ਼ਨਸ ਲੈ ਰਹੇ ਹਾਂ ਉਹ ਸਾਰੇ ਡੈਫੀਨੇਸ਼ਨਸ ਦੇ ਵਿੱਚ ਆਪਾਂ ਰੀਅਲ ਵੈਲਿਊਡ ਫੰਕਸ਼ਨ ਲੈ ਰਹੇ ਹਾਂ। ਰੀਅਲ ਵੈਲਿਊ ਫੰਕਸ਼ਨ ਉਹ ਕੀ ਦੱਸਿਆ ਸੀ ਤੁਹਾਨੂੰ ਮੈਂ ਪਿਛਲੀ ਵਾਰੀ? ਰੀਅਲ ਵੈਲਿਊ ਫੰਕਸ਼ਨ ਕੀ ਹੁੰਦਾ ਹੈ? ਜਿਹਦੇ ਵਿੱਚ ਡੋਮੇਨ ਵੀ ਤੇ ਰੇਂਜ ਵੀ ਦੋਨੋਂ ਸੈੱਟ ਆਫ ਰੀਅਲ ਨੰਬਰਸ ਹੁੰਦੇ ਨੇ ਜਾਂ ਉਹਨਾਂ ਦੇ ਕੋਈ ਸਬਸੈਟਸ ਹੁੰਦੇ ਨੇ ਆਪਣੇ ਕੋਲ। ਠੀਕ ਹੈ, ਆਈਡੈਂਟੀਟੀ ਫੰਕਸ਼ਨ ਦੇ ਵਿੱਚ ਤੁਸੀਂ ਉਹਦੀ ਫੰਕਸ਼ਨ ਨੂੰ ਕਿਵੇਂ ਡਿਫਾਈਨ ਕਰੋਗੇ? ਡੋਮੇਨ ਐਂਡ ਰੇਂਜ ਆਪਾਂ ਲੈ ਰਹੇ ਹਾਂ ਆਰ ਸੈੱਟ ਆਫ ਰੀਅਲ ਨੰਬਰਸ ਐਂਡ ਸੈੱਟ ਆਫ ਰੀਅਲ ਨੰਬਰਸ and identity function is defined by y is equal to fx is equal to x। ਠੀਕ ਹੈ, ਇੱਥੇ ਜਿਹੜੇ ਆਪਾਂ ਡੋਮੇਨ ਦੇ ਐਲੀਮੈਂਟਸ ਲੈ ਰਹੇ ਹਾਂ ਉਹ ਕਿਹਦੇ ਤੋਂ ਬਿਲੋਂਗ ਕਰਦੇ ਨੇ? ਸੈਟ ਆਫ ਰੀਅਲ ਨੰਬਰਸ ਤੋਂ, ਔਰ ਆਪਾਂ ਉਹਦੀ ਡੈਫੀਨੇਸ਼ਨ ਆ ਡਿਫਾਈਨ ਕਰ ਰਹੇ ਹਾਂ ਰਾਈਟ। ਇਹਦੇ ਵਿੱਚ ਡੋਮੇਨ ਕੀ ਹੋਏਗੀ? f ਦੀ ਸੈਟ ਆਫ ਰੀਅਲ ਨੰਬਰਸ। ਰੇਂਜ ਕੀ ਆਏਗੀ? ਦੇਖੋ ਜੋ x ਆਪਾਂ ਫੰਕਸ਼ਨ ਦੇ ਅੰਦਰ ਭਰ ਰਹੇ ਹਾਂ ਰਿਜ਼ਲਟ ਵੀ ਉਹੀ ਆ ਰਿਹਾ ਹੈ ਰਾਈਟ। ਜਿਵੇਂ ਆਪਾਂ ਇਹਦਾ ਅਗਰ ਆਪਾਂ ਟੇਬਲ ਬਣਾ ਕੇ ਦੇਖੀਏ ਤਾਂ x ਦੀ ਵੈਲਿਊਜ਼ ਆਪਾਂ ਲੈ ਲੈਣੇ ਆ ਸਪੋਜ਼ -1 -2 -3 and so on 1 2 3 right and so on। ਹੁਣ ਆਪਾਂ ਫੰਕਸ਼ਨ ਦੇ ਵਿੱਚ ਭਰ ਰਹੇ ਹਾਂ y is equal to fx is equal to x
यानी कि जो x ਆਪਾਂ ਭਰਿਆ ਇੱਥੇ ਉਹੀ x ਇੱਥੇ ਆ ਗਿਆ, यानी कि दिस इज -3 -2 -1 0 1 2 3 ਐਂਡ ਸੋ ਔਨ। तो जो सेट तो वैल्यूज ਆਪਾਂ ਉੱਪਰ ਲੈ ਰਹੇ ਸੀਗੇ ਫੰਕਸ਼ਨ ਦੇ ਵਿੱਚ ਭਰਨ ਤੋਂ ਬਾਅਦ ਉਹੀ ਵੈਲਿਊਜ਼ ਨੀਚੇ ਆ ਰਹੀਆਂ ਨੇ। ਤਾਂ ਇਹਦਾ ਮਤਲਬ ਇਹਦਾ ਜੇ ਆਪਾਂ ਗ੍ਰਾਫ ਬਣਾਉਣ ਲੱਗੀਏ ਤਾਂ ਆਪਣੇ ਕੋਲ ਗ੍ਰਾਫ ਕਿਸ ਤਰ੍ਹਾਂ ਦਾ ਬਣੇਗਾ? दिस इज y plus y minus x plus x minus and this is our origin 1 2 3 4 -1 -2 -3 एंड सो ऑन। इधर भी आप ड्रा कर लेने 1 2 3 ठीक है -1 -2 -3। चलो हम आप ड्रा करते हैं। पहला पॉइंट आप ड्रा करता है -3 एंड -3 यानी कि द वैल्यू ऑफ x इज -3 एंड y इज आल्सो -3। सो दिस इज द पॉइंट। फिर -2 -2 आ दूसरा पॉइंट आ गया अपने को। फिर आ गया तीसरा 0 ਦੇ ਉੱਪਰ 0 ਹੈ ਤੇ ਆ ਵੀ ਆ ਗਿਆ। 1 ਦੇ ਉੱਪਰ 1 ਹੈ 1 1 ਫਿਰ 2 2 ਦਿਸ ਇਜ਼ ਆਵਰ 3 ਐਂਡ 3 ਰਾਈਟ। ਹੁਣ ਇਹਨੂੰ ਆਪਾਂ ਮਿਲਾ ਦਿੰਦੇ ਆ ਵਿਦ ਫ੍ਰੀ ਹੈਂਡ। you will get what? That is a straight line passing through origin, a straight line through origin. So this is the graph of the identity function. I think you can understand that कि constant functions ਕਿਹੜੇ ਨੇ ਔਰ identity function ਕਿਹੜੇ ਨੇ। constant function ਦੇ ਵਿੱਚ ਤੁਹਾਨੂੰ x ਦੀ ਤੁਸੀਂ ਜੋ ਵੀ ਵੈਲਿਊ ਭਰੋਗੇ ਇੱਕ ਸੇਮ ਵੈਲਿਊ constant ਵੈਲਿਊ ਹੀ ਆਏਗੀ y ਦੀ, ਔਰ ਇੱਥੇ ਆਪਾਂ ਜੋ ਵੀ x ਦੀ ਵੈਲਿਊ ਭਰ ਰਹੇ ਹਾਂ ਉਹ ਸੇਮ ਵੈਲਿਊ y ਦੀ ਆ ਰਹੀ ਹੈ। that is the identity function। okay, ਇਹ ਡੈਫੀਨੇਸ਼ਨ ਆਪਾਂ ਕਰਦੇ ਹਾਂ polynomial function ਕੀ ਹੁੰਦਾ। the function f from R to R, as I already told you कि ਆਪਾਂ ਇੱਥੇ ਡੋਮੇਨ ਔਰ ਰੇਂਜ ਜਿਹੜਾ ਹੈ ਉਹ ਆਪਾਂ ਸੈਟ ਆਫ ਰੀਅਲ ਨੰਬਰਸ ਲੈ ਰਹੇ ਹਾਂ ਜਾਂ ਉਹਨਾਂ ਦੇ ਸਬਸੈਟਸ ਲੈ ਰਹੇ ਹਾਂ। ਓਕੇ, ਤਾਂ ਰੀਅਲ ਵੈਲਿਊ ਫੰਕਸ਼ਨ ਆਪਾਂ ਲੈ ਰਹੇ ਹਾਂ ਔਰ ਉਹ ਫੰਕਸ਼ਨ ਆਪਾਂ ਨੂੰ ਪੋਲੀਨੋਮੀਅਲ ਫੰਕਸ਼ਨ ਆਪਾਂ ਉਹਨੂੰ ਕਹਾਂਗੇ। if for all x belongs to R we have the function in this form a0 x power n, a1 x power n minus 1, a2 x power n minus 2 and so on, an minus 1 x power 1 and an x power 0। okay, ਤਾਂ ਇਸ ਟਾਈਪ ਦਾ ਜੋ ਵੀ ਫੰਕਸ਼ਨ ਆਪਣੇ ਕੋਲ ਹੋਏਗਾ ਉਹਨੂੰ ਆਪਾਂ ਪੋਲੀਨੋਮੀਅਲ ਫੰਕਸ਼ਨ ਕਹਾਂਗੇ। ਹੁਣ ਇਹਦੀ ਐਗਜ਼ਾਮਪਲਸ ਕਿ ਅੱਛਾ ਇੱਕ ਗੱਲ ਤੁਸੀਂ ਧਿਆਨ ਨਾਲ ਦੇਖੋ ਇੱਧਰ ਕਿ ਜਿਹੜੀ ਆਪਾਂ x ਦੀ ਵੈਲਿਊ ਲੈ ਰਹੇ ਹਾਂ ਉਹ ਸੈਟ ਆਫ ਰੀਅਲ ਨੰਬਰ ਤੋਂ ਲੈ ਰਹੇ ਹਾਂ ਔਰ ਇਹਦੇ ਵਿੱਚ ਜਿਹੜੇ ਆਪਾਂ ਕੋਫੀਸ਼ੀਐਂਟਸ ਜਿਹੜੇ ਨਾਲ ਲੱਗੇ ਹੋਏ ਨੇ ਕੋਫੀਸ਼ੀਐਂਟਸ ਓਕੇ, ਔਰ ਉਹ ਆਪਣੇ ਕੋਲ ਕਨਸਟੈਂਟਸ ਨੇ ਔਰ ਉਹ ਕਨਸਟੈਂਟਸ ਕਿਹੜੇ ਨੇ ਉਹ ਵੀ ਰੀਅਲ ਕਨਸਟੈਂਟਸ ਨੇ। ਓਕੇ, ਉਹ ਕੰਪਲੈਕਸ ਨਹੀਂ ਹੈ। ਓਕੇ, ਔਰ ਇੱਥੇ ਜਿਹੜੇ ਆਪਾਂ x ਦੀ ਪਾਵਰ ਲੈ ਰਹੇ ਹਾਂ ਉਹ ਆਪਣੇ ਕੋਲ ਪੋਜ਼ਿਟਿਵ ਇੰਟੀਜ਼ਰ ਜਾਂ ਆਪਾਂ ਕਹਿ ਸਕਦੇ ਹਾਂ ਕਿ ਉਹ ਸੈਟ ਆਫ ਨੈਚੁਰਲ ਨੰਬਰ ਵਿੱਚੋਂ ਹੈ। ਸੈਟ ਆਫ ਨੈਚੁਰਲ ਨੰਬਰ ਦਾ ਮਤਲਬ ਕੀ ਹੈ ਕਿ ਉਹ ਪਾਵਰ ਜਿਹੜੀ ਹੈ ਉਹ 1 ਤੋਂ ਸ਼ੁਰੂ ਹੋ ਰਹੀ ਹੈ 1 2 3 4 5 6 so on, ਜਾਂ ਮੰਨ ਲਓ ਕਿ ਹਾਈਐਸਟ ਪਾਵਰ 10 ਪਾਵਰ ਦਾ ਇੱਕ ਪੋਲੀਨੋਮੀਅਲ ਹੈ ਤਾਂ 10 9 8 7 6 5 4 3 2 1 ਓਕੇ ਐਂਡ ਕਨਸਟੈਂਟ ਕੁਆਂਟੀਟੀ। ਤਾਂ ਮੇਰਾ ਕਹਿਣ ਦਾ ਮਤਲਬ ਹੈ ਕਿ ਸੈਟ ਆਫ ਨੈਚੁਰਲ ਨੰਬਰ ਦੇ ਵਿੱਚੋਂ ਆਪਾਂ ਉਹਦੀ ਪਾਵਰਸ ਨੂੰ ਲੈਣਾ ਹੈ। ਇਹਦਾ ਮਤਲਬ ਕੀ ਬਣਿਆ ਕਿ ਆਪਣੇ ਕੋਲ ਪੋਜ਼ਿਟਿਵ ਪਾਵਰ ਹੋਣੀ ਚਾਹੀਦੀਆਂ ਨੇ ਔਰ ਹੋਲ ਪਾਵਰਸ ਹੋਣੀਆਂ ਚਾਹੀਦੀਆਂ ਨੇ। यानी कि ਪੋਲੀਨੋਮੀਅਲ ਫੰਕਸ਼ਨ ਤੁਹਾਡੇ ਅਗਰ ਤੁਸੀਂ ਸੋਚਦੇ ਹੋ ਜਾਂ ਤੁਹਾਨੂੰ ਅਗਰ ਆ ਜਾਂਦਾ ਪੇਪਰ ਦੇ ਵਿੱਚ ਕਿ ਤੁਸੀਂ ਇਹਦੇ ਤੋਂ ਚੂਜ਼ ਕਰੋ ਕਿ ਇਹਨਾਂ ਵਿੱਚ ਕਿਹੜੇ ਪੋਲੀਨੋਮੀਅਲ ਫੰਕਸ਼ਨਸ ਹੈਗੇ ਨੇ ਕਿਹੜੇ ਨਹੀਂ ਹੈਗੇ। देखो मैं कुछ एग्जांपल्स ले रहे हैं ਇੱਥੇ ठीक है, ਤਾਂ ਤੁਸੀਂ ਆ ਮੈਂ ਤੁਹਾਨੂੰ ਕਾਫੀ ਐਗਜ਼ਾਮਪਲਸ ਲਈਆਂ ਨੇ ਉਹਦੇ ਚ ਆਪਾਂ ਨੂੰ ਪਤਾ ਲੱਗੂਗਾ ਕਿ ਭਾਈ ਕਿਹੜੇ ਪੋਲੀਨੋਮੀਅਲ ਫੰਕਸ਼ਨਸ ਬਣਦੇ ਨੇ ਜਾਂ ਕਿਹੜੀ ਪੋਲੀਨੋਮੀਅਲਸ ਬਣਦੀਆਂ ਨੇ। ਵੈਸੇ ਆਪਾਂ ਦੇਖਿਆ ਜਾਵੇ ਜਿਹੜੇ ਇਹਦੇ ਵਿੱਚ ਪੋਲੀਨੋਮੀਅਲ ਬਣਨਗੀਆਂ ਉਹੀ ਕੋਈ ਨਾ ਕੋਈ ਫੰਕਸ਼ਨਸ ਵੀ ਬਣਾਉਣਗੀਆਂ ਰਾਈਟ। ਤੋਂ ਆਪਾਂ ਸਿੱਖਿਆ ਹੀ ਹੋਇਆ ਆਪਣੀ ਛੋਟੀ ਕਲਾਸਾਂ ਦੇ ਵਿੱਚ ਕਿ ਪੋਲੀਨੋਮੀਅਲ ਹੁੰਦੀ ਕਿਹੜੀ ਹੈ। ਪੋਲੀਨੋਮੀਅਲ ਦੇ ਵਿੱਚ ਉਹਦੀ ਜਿਹੜੀ ਪਾਵਰਸ ਹੁੰਦੀਆਂ ਨੇ ਉਹ ਸੈਟ ਆਫ ਨੈਚੁਰਲ ਨੰਬਰਸ ਹੋਣੇ ਚਾਹੀਦੇ ਨੇ ਹੋਲ ਪਾਵਰਸ ओके, नेगेटिव पावर्स नहीं होनी चाहिए और फ्रैक्शनल पावर्स भी नहीं होनी चाहिए। ऐसे आप अगर देखिए आ फंक्शन जो है एक्स स्क्वायर है तो होल पावर है पॉजिटिव पावर है सो दिस इज अ फंक्शन ओके
ਆ ਵੀ ਫੰਕਸ਼ਨ ਹੈ, ਪੋਲੀਨੋਮੀਅਲ ਫੰਕਸ਼ਨ ਹੈਗੇ ਨੇ। ਇਹਦੇ ਵਿੱਚ ਪਾਵਰ ਜਿਹੜੀ ਹੈਗੀ ਆ ਉਹ 3/2 ਹੈ, ਫ੍ਰੈਕਸ਼ਨਲ ਪਾਵਰ ਆ ਗਈ ਨਾ, ਸੋ ਦਿਸ ਇਜ਼ ਨਾਟ ਅ ਪੋਲੀਨੋਮੀਅਲ ਫੰਕਸ਼ਨ। ਇਹਦੇ ਵਿੱਚ ਦੇਖੋ 2 ਪਾਵਰ ਹੈ, 1 ਪਾਵਰ ਹੈ ਐਂਡ x ਪਾਵਰ 0 ਹੈ, ਤਾਂ ਇਹ ਸਾਰਾ ਉਸ ਨੂੰ ਸੈਟੀਸਫਾਈ ਕਰ ਰਿਹਾ ਹੈ। ਔਰ ਜਿਹੜੇ ਆ ਕਨਸਟੈਂਟਸ ਨਾਲ ਲੱਗੇ ਹੋਏ ਨੇ ਇਹ ਰੀਅਲ ਨੰਬਰਸ ਨੇ, है ना, ਤਾਂ ਆ ਵੀ ਇੱਕ ਪੋਲੀਨੋਮੀਅਲ ਫੰਕਸ਼ਨ ਹੈ। ਯੈਸ, ਆ ਦੇਖੋ 3 ਪਾਵਰ ਤੋਂ ਸਟਾਰਟ ਹੋ ਰਿਹਾ ਹੈ, ਇਹਦੇ ਵਿੱਚ x ਪਾਵਰ ਹਾਫ ਹੈ, x ਪਾਵਰ 3/2 ਹੈ, ਫ੍ਰੈਕਸ਼ਨਲ ਪਾਵਰ ਆ ਗਈ ਨਾ, ਰੈਸ਼ਨਲ ਪਾਵਰ ਆ ਗਈ, ਤਾਂ ਇਹ ਫੰਕਸ਼ਨ ਪੋਲੀਨੋਮੀਅਲ ਫੰਕਸ਼ਨ ਨਹੀਂ ਹੈ। ਰਾਈਟ, ਹੁਣ ਆਪਾਂ ਕੁਝ ਪਾਰਟਿਕੂਲਰ ਲੈਣੇ ਆ ਪੋਲੀਨੋਮੀਅਲ ਫੰਕਸ਼ਨ ਵਿੱਚੋਂ ਹੀ ਬਣ ਰਹੇ ਨੇ। ਸਕੁਆਇਰ ਫੰਕਸ਼ਨਸ ਕਿਹੜੇ ਹੁੰਦੇ ਨੇ? ਸਕੁਆਇਰ ਫੰਕਸ਼ਨਸ ਇਹ ਵੀ ਦੇਖੋ ਹੋਏ ਨੇ from r to r and it is defined by y is equal to fx is equal to x square, right? और क्यूब फंक्शंस भी आने, चलो पहले ਆਪਾਂ ਇਹਦਾ ਕਰ ਲੈਣੇ ਆ, ਫਿਰ क्यूब फंक्शंस ਦਾ ਵੀ ਕਰਾਂਗੇ। ਸਕੁਆਇਰ ਫੰਕਸ਼ਨਸ, क्यूब फंक्शंस ਕਿਹੜੇ ਹੁੰਦੇ ਨੇ? ਸਕੁਆਇਰ ਰੂਟ ਫੰਕਸ਼ਨਸ ਵੀ ਹੁੰਦੇ ਨੇ ਲੇਕਿਨ ਉਹ ਪੋਲੀਨੋਮੀਅਲ ਫੰਕਸ਼ਨ ਨਹੀਂ ਹੋਣਗੇ। क्यूब रूट फंक्शंस भी ਹੁੰਦੇ ਨੇ ਲੇਕਿਨ ਉਹ ਪੋਲੀਨੋਮੀਅਲ ਫੰਕਸ਼ਨ ਨਹੀਂ ਹੋਣਗੇ। ਤਾਂ ਸਕੁਆਇਰ ਫੰਕਸ਼ਨ ਤੇ क्यूब ਫੰਕਸ਼ਨ ਆਪਾਂ ਦੇਖਦੇ ਆ ਕਿ ਇਹਦਾ ਗ੍ਰਾਫ ਕਿਵੇਂ ਬਣੇਗਾ। देखो ਉਹੀ ਗੱਲ ਹੈ ਮੈਂ ਦੱਸਿਆ ਹੈ, ਇਹਦੇ ਵਿੱਚ x ਜਿਹੜਾ ਹੈ ਉਹ ਸੈਟ ਆਫ ਰੀਅਲ ਨੰਬਰ ਨਾਲ ਬਿਲੋਂਗ ਕਰਦਾ ਹੈ, ਔਰ ਜਿਹੜਾ ਇਹਦਾ ਰੇਂਜ ਸੈੱਟ ਬਣੇਗਾ ਉਹ ਦੇਖੋ ਕੀ ਬਣੇਗਾ। ਜਦੋਂ ਆਪਾਂ ਇਹਦੇ ਵਿੱਚ x ਦੀ ਵੈਲਿਊ 1 ਭਰਾਂਗੇ ਤਾਂ 1 ਦਾ ਸਕੁਆਇਰ 1, 2 ਭਰਾਂਗੇ ਤਾਂ 4, 3 ਭਰਾਂਗੇ ਤਾਂ 9, 4 ਭਰਾਂਗੇ ਤਾਂ 16, ਤਾਂ ਆ ਆਪਣੇ ਕੋਲ ਸੈਟ ਆਫ ਨੈਚੁਰਲ ਨੰਬਰਸ ਆਉਂਦੇ ਜਾਣਗੇ। ठीक है, ਇਹਨਾਂ ਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਸਕੁਆਇਰਸ ਨੰਬਰ ਆਉਂਦੇ ਜਾਣਗੇ, 1 ਸਕੁਆਇਰ, 2 ਸਕੁਆਇਰ, 3 ਸਕੁਆਇਰ, 4 ਸਕੁਆਇਰ ਐਂਡ ਸੋ ਔਨ। ਸਕੁਆਇਰਸ ਆਫ ਰੀਅਲ ਨੰਬਰਸ ਕਹਿ ਲਓ ਜਾਂ ਸਕੁਆਇਰਸ ਆਫ ਨੈਚੁਰਲ ਨੰਬਰਸ ਕਹਿ ਲਓ, ਕਿਉਂਕਿ ਰੀਅਲ ਨੰਬਰਸ ਅਗਰ ਨੈਗੇਟਿਵ ਵੀ ਹੋਣਗੇ ਤਾਂ ਉਹਨਾਂ ਨੂੰ ਸਕੁਆਇਰ ਕਰਾਂਗੇ ਤਾਂ ਆਪਣੇ ਆਪ ਪੋਜ਼ਿਟਿਵ ਆ ਜਾਣਗੇ। ਰਾਈਟ, ਹੁਣ ਇਹਦਾ ਗ੍ਰਾਫ ਦੇਖੋ ਕੀ ਬਣਦਾ ਹੈ। ਗ੍ਰਾਫ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਇਹਦਾ ਟੇਬਲ ਬਣਾ ਲੈਂਦੇ ਆ। ਟੇਬਲ ਦੇ ਵਿੱਚ x ਜਿਹੜਾ ਹੈਗਾ ਦੇਖੋ ਉਹ ਸੈਟ ਆਫ ਰੀਅਲ ਨੰਬਰ ਨਾਲ ਬਿਲੋਂਗ ਕਰ ਰਿਹਾ ਹੈ। ਠੀਕ ਹੈ, ਤਾਂ ਇਹਦਾ ਮਤਲਬ ਉਹਦੇ ਵਿੱਚ 네ਗੇਟਿਵ ਵੈਲਿਊਜ਼ ਵੀ ਹੋ ਸਕਦੀਆਂ ਨੇ ਤੇ ਆ ਗਈਆਂ ਬਾਕੀ ਪੋਜ਼ਿਟਿਵ ਵੈਲਿਊਜ਼। ਠੀਕ, ਹੁਣ ਆਪਾਂ 2 ਇੱਥੇ ਭਰਾਂਗੇ ਤਾਂ y ਦੀ ਵੈਲਿਊ ਕਿੰਨੀ ਆਏਗੀ? 4, ਕਿਉਂਕਿ y is equal to fx is equal to x square ਹੈ, ਯਾਨੀ ਕਿ x ਦੀ ਸਾਰੀ ਵੈਲਿਊਜ਼ ਦਾ ਸਕੁਆਇਰ ਹੈ। 1, 4, 9 ਐਂਡ ਸੋ ਔਨ। ਚਲੋ ਇਹਨੂੰ ਆਪਾਂ ਹੁਣ ਡਰਾ ਕਰ ਲਈਏ। ਠੀਕ ਹੈ, थोड़ा वैल्यूज और ले लेने हैं, इधर भी ले लो फिर -3, इधर आ जाएगा 9, राइट। तो ये हो गया x माइनस y माइनस और y प्लस, राइट। हम आप इन्होंने ड्रा करना है, दिस इज आवर ओरिजिन। तो ओरिजिन तो वो निकलेगा ही निकलेगा क्योंकि 0 0 आ रहा है, 1 1 भी आ रहा है, -1 के लिए भी आ रहा है। इधर आप -1 -2 -3, इधर 1 2 3, राइट। और इधर आ रहे हैं सारे अपने को स्क्वायर्स, तो क्यों ना आप स्क्वायर तो ही स्टार्ट कर लिए, है ना। ये हो गया, आप देखो 1 भी आ रहा है, ये वैल्यू आ रही है वैसे 1 4 9। थोड़ा y एक्सिस के ऊपर जो नंबर सिस्टम है ना वो थोड़ा छोटा बन जाएगा, अदरवाइज अपन ऊपर तक ले जाना पड़ेगा, राइट। ये हो गया 16 ਤੇ ਨੀਚੇ ਦਾ ਵੈਲਿਊ ਆ ਹੀ ਨਹੀਂ ਰਹੀਆਂ ਹੈਗੀਆਂ। ਹੁਣ ਆਪਾਂ ਇਹਨੂੰ ਡਰਾ ਕਰਕੇ ਦੇਖਦੇ ਹਾਂ ਕਿ ਇਹ ਗ੍ਰਾਫ ਬਣਦਾ ਕੀ ਹੈ। ਦੇਖੋ -1 ਦੇ ਲਈ +1 ਹੈ, 1 ਦਾ ਸਕੁਆਇਰ ਤਾਂ ਇੱਥੇ ਆ ਗਿਆ, -1 ਦੇ ਲਈ ਆ ਬਣ ਗਿਆ ਇੱਕ, ਠੀਕ ਹੈ। ਫਿਰ -2 ਦੇ ਲਈ +4 ਹੈ, ਉਹ ਇਹਦੇ ਸਾਹਮਣੇ ਆ ਜਾਏਗਾ, ਆ ਗਿਆ 4 और -2 ਦੇ ਸਾਹਮਣੇ। -3 ਦੇ ਲਈ 9 ਹੈ, ਤਾਂ -3 ਦੇ ਲਈ ਆ ਗਿਆ ਫਿਰ ਸਾਹਮਣੇ, ਰਾਈਟ। ਹੁਣ ਆ ਜਾਓ 0 ਦੇ ਲਈ 0 ਹੈ, 1 ਦੇ ਲਈ 1 ਹੈ, 2 ਦੇ ਲਈ 4 ਹੈ, 3 ਦੇ ਲਈ 9 ਹੈ। ਹੁਣ ਇਹਨੂੰ ਫ੍ਰੀ ਹੈਂਡ ਦੇ ਨਾਲ ਜਰਾ ਮਿਲਾ ਦਿਓ ਆਪਸ ਵਿੱਚ, ਠੀਕ ਹੈ। ਆ ਆਪਣੇ ਕੋਲ ਗ੍ਰਾਫ ਬਣ ਗਿਆ। ਦਿਸ ਇਜ਼ ਦਾ ਗ੍ਰਾਫ ਆਫ this function y is equal to fx is equal to x square, यानी कि स्क्वायर फंक्शन ਦਾ ਇਸ ਤਰ੍ਹਾਂ ਦਾ ਗ੍ਰਾਫ ਬਣੇਗਾ। ਹੁਣ ਤੁਸੀਂ ਜਦੋਂ ਇਹਦੇ ਵਿੱਚ ਆਪਾਂ ਪੈਰਾਬੋਲਿਕ ਔਰ ਹਾਈਪਰਬੋਲਿਕ ਫੰਕਸ਼ਨਸ ਵਗੈਰਾ ਕਰਾਂਗੇ ਨਾ, ਤਾਂ ਇਹ ਪੈਰਾਬੋਲਾ ਬਣ ਗਿਆ, ਅਪਰ ਪੈਰਾਬੋਲਾ ਹੈ ਇਹ, ਰਾਈਟ। ਇਹਦਾ ਨਾਂ ਹੈ। ਹੁਣ ਤਾਂ ਅਸੀਂ ਤੁਹਾਨੂੰ ਹੋ ਸਕਦਾ ਕਿ ਇਸ ਫਾਰਮੈਟ ਦੇ ਉੱਪਰ ਇਹ ਸਮਝ ਨਾ ਆਵੇ, ਲੇਕਿਨ ਇਹਦਾ ਵੀ ਇੱਕ ਕੋਨਿਕ ਸੈਕਸ਼ਨ ਦਾ ਇੱਕ ਅਲੱਗ ਆਪਣੇ ਕੋਲ
ਚੈਪਟਰ ਹੈ ਉਹ ਜਦੋਂ ਆਪਾਂ ਕਰਾਂਗੇ ਤਾਂ ਉਹਦੇ ਵਿੱਚ ਪੈਰਾਬੋਲਾ ਅਪਰ ਸਾਈਡ ਹੋ ਗਿਆ, ਪੈਰਾਬੋਲਾ ਡਾਊਨ ਸਾਈਡ ਹੋ ਗਿਆ, ਰਾਈਟ ਸਾਈਡ ਪੈਰਾਬੋਲਾ ਔਰ ਲੈਫਟ ਸਾਈਡ ਪੈਰਾਬੋਲਾ, ਇਹ ਚਾਰ ਤਰ੍ਹਾਂ ਦੇ ਪੈਰਾਬੋਲਾ ਹੁੰਦੇ। ਜਦੋਂ ਆਪਾਂ ਕਰਾਂਗੇ ਤੁਹਾਨੂੰ ਜ਼ਿਆਦਾ ਸਮਝ ਆਏਗਾ। ਸੋ ਦਿਸ ਇਜ਼ ਦਾ ਗ੍ਰਾਫ ਆਫ y is equal to x square। ਸਿਮਿਲਰਲੀ ਯੂ ਕੈਨ ਡਰਾ ਦਾ ਗ੍ਰਾਫ ਆਫ ਕਿਊਬ ਫੰਕਸ਼ਨ। ਫੰਕਸ਼ਨ ਜਿਹੜਾ ਹੈਗਾ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ, y is equal to fx is equal to x cube। ਓਕੇ, ਤਾਂ ਇਹ ਜਦੋਂ ਆਪਾਂ ਇਹਦੇ ਡੋਮੇਨ ਦੇ ਐਲੀਮੈਂਟਸ ਲਵਾਂਗੇ ਤਾਂ ਉਹ ਕੀ ਆਣਗੇ, ਸੈਟ ਆਫ ਰੀਅਲ ਨੰਬਰਸ ਤੋਂ। ਲੇਕਿਨ ਜਦੋਂ ਆਪਾਂ ਰੇਂਜ ਸੈਟ ਇਹਦਾ ਕੱਢਾਂਗੇ ਤਾਂ ਉਹ ਆਪਣੇ ਕੋਲ ਰੀਅਲ ਨੰਬਰਸ ਦੇ ਕਿਊਬ ਆਣਗੇ, ਰਾਈਟ। ਅਗਰ ਆਪਾਂ 네ਗੇਟਿਵ ਲੈ ਗਿਆ ਤਾਂ 네ਗੇਟਿਵ ਕਿਊਬ ਆ ਜਾਏਗਾ, ਅਗਰ ਆਪਾਂ ਪਲੱਸ ਲੈ ਰਹੇ ਹਾਂ ਤਾਂ ਪਲੱਸ ਦਾ ਕਿਊਬ ਆ ਜਾਏਗਾ। ਇਹਦਾ ਮਤਲਬ ਕੀ ਬਣਿਆ, ਇਹਦਾ ਮਤਲਬ ਇਹ ਬਣਿਆ ਕਿ ਜਿਹੜਾ ਰੇਂਜ ਸੈਟ ਹੈ ਉਹ ਵੀ ਸੈਟ ਆਫ ਰੀਅਲ ਨੰਬਰਸ ਆਏਗਾ, ਠੀਕ ਹੈ। ਤਾਂ ਡੋਮੇਨ ਵੀ ਸੈਟ ਆਫ ਰੀਅਲ ਨੰਬਰ ਹੈ ਔਰ ਜਿਹੜੀ ਰੇਂਜ ਹੈ ਉਹ ਵੀ ਸੈਟ ਆਫ ਰੀਅਲ ਨੰਬਰ ਹੈ। ਤੇ ਜੇ ਆਪਾਂ ਇਹਦਾ ਗ੍ਰਾਫ ਬਣਾਈਏ, ਗ੍ਰਾਫ ਹੁਣ ਤੁਸੀਂ ਬਣਾਣਾ, ਮੈਂ ਤੁਹਾਨੂੰ ਥੋੜਾ ਹਿੰਟ ਦੇ ਦੇਣਾ, y is equal to fx ਟੇਬਲ ਬਣਾ ਕੇ ਦੇ ਦੇਣਾ ਹੈ, ਤਾਂ ਉਹ ਤੁਸੀਂ ਉਹਨੂੰ ਗ੍ਰਾਫਿਕਲੀ ਡਰਾ ਕਰ ਸਕਦੇ। x ਦੀ ਵੈਲਿਊ ਆਪਾਂ ਦੇਖੋ 네ਗੇਟਿਵ ਵੀ ਲੈ ਲਓ, ਠੀਕ ਹੈ, ਤੁਹਾਨੂੰ ਜ਼ਿਆਦਾ ਕਲੀਅਰ ਹੋਏਗਾ, ਔਰ ਕੁਝ ਪੋਜ਼ਿਟਿਵ ਵੈਲਿਊਜ਼ ਵੀ ਲੈ ਲਓ। ਹੁਣ x ਕਿਊਬ ਕਰ ਰਹੇ ਹਾਂ, -1 ਦਾ ਕਿਊਬ -1 ਹੀ ਆਏਗਾ, -2 ਦਾ ਕਿਊਬ -8 ਔਰ ਇਹ ਆਏਗਾ -27, 0 0 1 8 ਔਰ +27, ਰਾਈਟ। ਇਹਨੂੰ ਹੁਣ ਤੁਸੀਂ ਡਰਾ ਕਰਕੇ ਦੇਖੋ ਕਿ ਕਿਊਬ ਫੰਕਸ਼ਨ ਦਾ ਜਿਹੜਾ ਗ੍ਰਾਫ ਆਉਂਦਾ ਹੈ ਉਹ ਕਿਸ ਤਰ੍ਹਾਂ ਦਾ ਆਉਂਦਾ ਹੈ। ਓਕੇ, ਲੈਟਸ ਹੈਵ ਅਨਦਰ ਡੈਫੀਨੇਸ਼ਨ। ਇੱਥੇ ਇੱਕ ਆਪਾਂ ਹੋਰ ਇੱਕ ਡੈਫੀਨੇਸ਼ਨ ਲੈ ਲੈਂਦੇ ਆ ਜ਼ੀਰੋ फंक्शन के अंदर, ठीक है। When we are defining this function by y is equal to fx is equal to 0, okay, and function is from set of real number to set of real numbers, right। तो ਜਿਹੜਾ डोमेन सेट है x belongs to r और डोमेन ਜਿਹੜਾ ਹੈਗਾ ਉਹ ਤੁਹਾਨੂੰ ਦੇਖ ਹੀ ਰਿਹਾ ਹੈ set of real numbers, और ਜਿਹੜੀ रेंज सेट आएगी ਤੁਸੀਂ x ਦੀ ਕੋਈ ਵੀ ਵੈਲਿਊ ਭਰ ਦੋ ਆਨਸਰ 0 ਹੀ ਆਣਾ ਹੈ, ਤਾਂ ਰੇਂਜ ਕੀ ਆਏਗੀ ਇਹਦੀ 0, ਰਾਈਟ। ਹੁਣ ਇਹਨੂੰ ਜੇ ਆਪਾਂ ਡਰਾ ਕਰੀਏ ਤਾਂ ਡਰਾ ਜਿਹੜਾ ਹੈਗਾ ਤੁਸੀਂ ਕੋਈ ਵੀ ਵੈਲਿਊ x ਦੀ ਲਵੋ, ਠੀਕ ਹੈ, ਉਹਦੇ ਵਿੱਚ y ਦੀ ਵੈਲਿਊ ਕੀ ਆਏਗੀ 0, x ਪਲੱਸ ਔਰ x ਮਾਈਨਸ। ਔਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਐਕਸਿਸ ਸਿਸਟਮ ਦੇ ਉੱਪਰ ਕਿਹੜੇ एक्सिस ਦੇ ਉੱਪਰ y0 ਹੈ ਔਰ ਕਿਹੜੇ एक्सिस ਦੇ ਉੱਪਰ x0 ਹੈ। ओके, ਤਾਂ x एक्सिस ਦੇ ਉੱਪਰ y0 ਹੋਏਗਾ ਚਾਹੇ ਉਹ x प्लस है या x माइनस है, और पूरे y एक्सिस ਦੇ ਉੱਪਰ ਅਪ ਸਾਈਡ ਔਰ ਡਾਊਨ ਸਾਈਡ x ਦੀ ਵੈਲਿਊ 0 ਹੋਏਗੀ। ਇਹਦਾ ਮਤਲਬ ਜੋ ਆਪਾਂ ਇਹਦਾ ਗ੍ਰਾਫ ਬਣਾਵਾਂਗੇ ਦਾ ਗ੍ਰਾਫ ਵਿਲ ਬੀ x एक्सिस, ਪੂਰੇ ਦਾ ਪੂਰਾ x एक्सिस ਜਿਹੜਾ ਹੈਗਾ ਉਹ ਐਸ ਫੰਕਸ਼ਨ ਨੂੰ डिनोट करता है y is equal to 0, राइट। बड़ी आसान जी और इजी जी एग्जांपल सीखी है। नेक्स्ट टाइप अपने को डेफिनेशन हैगी है रैशनल फंक्शन। देखो ਆਪਾਂ ਛੋਟੀ ਕਲਾਸਿਸ ਦੇ ਵਿੱਚ ਲੋਅਰ ਕਲਾਸਿਸ ਆਪਾਂ ਕੀ ਪੜਿਆ, ਰੈਸ਼ਨਲ ਨੰਬਰਸ ਕੀ ਹੁੰਦੇ ਨੇ ਜੋ p/q ਟਾਈਪ ਦੇ ਹੁੰਦੇ ਨੇ, ਔਰ ਜਿਹੜਾ ਆਪਣਾ ਨੰਬਰੇਟਰ ਐਂਡ ਡਿਨੋਮੀਨੇਟਰ, ਔਰ ਜਿਹੜਾ ਡਿਨੋਮੀਨੇਟਰ ਹੁੰਦਾ ਹੈ ਉਹ 0 ਨਹੀਂ ਹੋਣਾ ਚਾਹੀਦਾ, दैट इज अ नॉन जीरो नंबर। ओके, सेम हियर वी हैव रैशनल फंक्शंस दैट आर ऑफ द टाइप fx over gx, और fx और gx दोनों ही पॉलिनोमियल्स ने। पॉलिनोमियल की कंडीशन ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦੀ ਪਾਵਰ ਪੋਜ਼ਿਟਿਵ ਹੋਣੀ ਚਾਹੀਦੀ ਹੈ, और ਜਿਹੜੀ डिनोमिनेटर वाली पॉलिनोमियल है दैट शुड बी अ नॉन जीरो पॉलिनोमियल, ਤੇ ਜ਼ੀਰੋ ਨਹੀਂ ਹੋਣੀ ਚਾਹੀਦੀ ਮਤਲਬ ਉਹਦੀ ਵੈਲਿਊ, ਰਾਈਟ। ਔਰ ਇਸ ਟਾਈਪ ਦੇ ਫੰਕਸ਼ਨਸ ਨੂੰ ਆਪਾਂ ਰੈਸ਼ਨਲ ਫੰਕਸ਼ਨਸ ਆਪਾਂ ਆਖਦੇ ਹਾਂ। ਔਰ ਕਿਸ ਟਾਈਪ ਦੇ ਹੋ ਸਕਦੇ ਨੇ, ਜਿਵੇਂ 2x over x plus 1 ਜਾਂ 1/x ਜਾਂ 3x over 5x, ठीक है, स्क्वायर क्यूब, इस तरह के आ सारे जो फंक्शंस ने दीज आर रैशनल फंक्शंस। ओके, हुण आप एक एग्जांपल ले रहे हैं, एग्जांपल दे विचों कह रहे हैं कि एक फंक्शन है ਉਹਦਾ ਜਿਹੜਾ ਡੋਮੇਨ ਹੈ दैट इज सेट ऑफ रियल नंबर्स, बट ਉਹਦੇ ਵਿੱਚ 0 इंक्लूड नहीं कर रहा, और ਜਿਹੜਾ रेंज सेट है दैट इज सेट ऑफ रियल नंबर्स। ओके, ਹੁਣ ਉਹ ਕਹਿ ਰਿਹਾ ਹੈ कि एक फंक्शन ਤੁਸੀਂ डिफाइन कर रहे हो fx is 1 over x, यानी कि रैशनल फंक्शन ਨੂੰ डिफाइन कर रहे हो। तो कहता है तुसी ਇਹਦਾ ਆ ਟੇਬਲ ਕੰਪਲੀਟ ਕਰੋ, he is giving you the value of x here and you have to find out the value of y by putting the values of x, every value of x here। So when you are putting the value of minus x as -2 here,
we will get the value of y as minus 0.5. Similarly, for minus 1.5 we have minus 0.67. For minus 1 we have the value as minus 1. For 1 we have the value as 1. For plus 1.5 we have the value of y as 0.67. ਇਹ ਕਿੱਥੋਂ ਆ ਰਹੀ ਹੈ? ਆਪਾਂ ਇਹਦੇ ਵਿੱਚ ਭਰ ਰਹੇ ਹਾਂ ਔਰ ਉਹਦਾ 1 ਬਾਈ ਕਰ ਰਹੇ ਹਾਂ x ਦੀ ਵੈਲਿਊਜ਼ ਦਾ। ਓਕੇ, ਸੋ ਦਿਸ ਇਜ਼ ਦਾ ਕੰਪਲੀਸ਼ਨ ਆਫ ਦਾ ਟੇਬਲ। ਤੁਸੀਂ ਆਪਣਾ ਕੈਲਕੂਲੇਟਰ ਲੈ ਕੇ ਇਹਨੂੰ ਚੈੱਕ ਕਰ ਸਕਦੇ ਹੋ। ਹੁਣ ਇਹਦੀ ਡੋਮੇਨ ਦੇਖੋ, ਡੋਮੇਨ ਤਾਂ ਉਹੀ ਹੈ ਜੋ ਦਿੱਤੀ ਹੋਈ ਹੈ ਆਪਾਂ ਨੂੰ ਕਿ ਆਪਾਂ ਇਹਦੇ ਵਿੱਚ 0 ਨਹੀਂ ਲੈ ਸਕਦੇ। ਕਿਉਂ? x ਦੀ ਵੈਲਿਊ ਜੇ ਆਪਾਂ 0 ਲਵਾਂਗੇ ਤਾਂ ਉਹ ਨੋਟ ਡਿਫਾਈਨ ਹੋ ਜਾਏਗਾ, ਹੈ ਨਾ। ਔਰ ਜਿਹੜੀ ਵੈਲਿਊਜ਼ ਆ ਰਹੀਆਂ ਨੇ ਉਹ ਵੀ ਚੈੱਕ ਕਰੋ ਤੁਸੀਂ ਧਿਆਨ ਨਾਲ, ਉਹ ਵੀ ਸਾਰੀ ਰੀਅਲ ਵੈਲਿਊਜ਼ ਆ ਰਹੀਆਂ ਨੇ, ਚਾਹੇ ਨੈਗੇਟਿਵ ਹੈ ਚਾਹੇ ਪਲੱਸ ਹੈ, ਲੇਕਿਨ ਉਹਦੇ ਵਿੱਚ ਵੀ 0 ਨਹੀਂ ਆ ਰਿਹਾ। ਐਂਡ ਕੋਡੋਮੇਨ ਇਜ਼ ਸੈਟ ਆਫ ਰੀਅਲ ਨੰਬਰਸ। ਓਕੇ, ਹੁਣ ਆਪਾਂ ਇਹਨਾਂ ਨੂੰ ਡਰਾ ਕਰਨਾ ਹੈ ਤਾਂ x ਦੀ ਵੈਲਿਊਜ਼ ਔਰ y ਦੀ ਵੈਲਿਊਜ਼ ਨੂੰ ਮੈਂ ਥੋੜਾ ਜਿਹਾ ਵੱਡੀ ਵੈਲਿਊ ਲੈ ਲਈਆਂ ਨੇ ਤਾਂ ਕਿ ਆਪਣਾ ਗ੍ਰਾਫ ਛੋਟਾ ਬਣੇ। ਰੀਅਲ ਵੈਲਿਊ ਇੱਧਰ ਲੈ ਲਈਆਂ, ਰੀਅਲ ਇੱਧਰ ਲੈ ਲਈਆਂ ਔਰ ਰੀਅਲ ਉੱਪਰ ਔਰ ਰੀਅਲ ਨੀਚੇ। ਜਦੋਂ ਤੁਸੀਂ ਇਹਨਾਂ ਨੂੰ ਦੇਖੋ, ਅਗਰ ਤੁਸੀਂ ਇੱਕ ਕੁਐਸਚਨ ਨੂੰ ਐਗਜ਼ੈਕਟ ਕਰਨਾ ਚਾਹੁੰਦੇ ਹੋ ਇਸ ਗ੍ਰਾਫ ਨੂੰ 1/x ਨੂੰ, ਤਾਂ ਤੁਸੀਂ ਇਹਨੂੰ ਗ੍ਰਾਫ ਪੇਪਰ ਤੇ ਬਣਾਓ। ਤਾਂ ਗ੍ਰਾਫ ਪੇਪਰ ਦੇ ਉੱਪਰ ਤੁਹਾਨੂੰ ਇਹ ਪੁਆਇੰਟ ਵਾਲੀ ਵੈਲਿਊਜ਼ ਵੀ ਜਿਹੜੀਆਂ ਨੇ ਨਾ ਉਹ ਐਗਜ਼ੈਕਟ ਤੁਸੀਂ ਉਹਨਾਂ ਨੂੰ ਲੋਕੇਟ ਕਰ ਸਕਦੇ ਹੋ। ਤਾਂ ਤੁਹਾਡਾ ਜਿਹੜਾ ਗ੍ਰਾਫ ਬਣੇਗਾ that graph will be like this। ਔਰ ਇਹ 0 ਤੋਂ ਪਾਸ ਨਹੀਂ ਕਰ ਰਿਹਾ। ਕਿਉਂ? 0 ਦੋਨੋਂ ਵਿੱਚ ਨਹੀਂ ਹੈਗੀ, ਨਾ x ਵਿੱਚ ਆਪਾਂ ਲੈਣੀ ਹੈ ਤੇ ਜਦੋਂ ਲਵਾਂਗੇ ਨਹੀਂ ਤਾਂ ਫਿਰ x ਦੀ, ਕਿਉਂਕਿ ਅਗਰ 0 ਲਵਾਂਗੇ ਤਾਂ y ਡਿਫਾਈਨ ਨਹੀਂ ਹੋਏਗਾ। ਇਹਦਾ ਮਤਲਬ ਜਿਹੜੀ ਆਪਾਂ ਸੈਟ ਆਫ ਇਕੁਏਸ਼ਨਸ ਜਾਂ ਸੈਟ ਆਫ ਲਾਈਨਸ ਆਪਾਂ ਬਣਾ ਰਹੇ ਹਾਂ, ਜੋ ਗ੍ਰਾਫ ਆਪਣੇ ਕੋਲ ਆ ਰਿਹਾ ਹੈ, that will not pass through the origin। So this is the graph of our rational number defined by 1/x। Okay, what is the definition of a modulus function? Modulus function ਨੂੰ ਆਪਾਂ absolute value function ਵੀ ਆਪਾਂ ਕਹਿ ਦਿੰਦੇ ਹਾਂ। and this function is defined by fx is equal to modulus of x for all x belongs to R। यानी कि ਇਹਦਾ ਜਿਹੜਾ ਡੋਮੇਨ ਸੈਟ ਹੈ that is R। ਤੇ ਆਪਾਂ ਦੇਖਦੇ ਹਾਂ ਕਿ ਇਹਦੀ ਰੇਂਜ ਸੈਟ ਕਿਹੜਾ ਬਣੇਗਾ। ਦੇਖੋ, ਜਿਹੜਾ ਆਪਾਂ ਮੋਡੂਲਸ ਫੰਕਸ਼ਨ ਹੈ ਆਪਾਂ ਇਹਨੂੰ ਕਿਵੇਂ ਡਿਫਾਈਨ ਕਰ ਰਹੇ ਹਾਂ? this is a set of all those values ਜਾਂ all values ਜਦੋਂ x ਦੀ ਵੈਲਿਊ 0 ਜਾਂ 0 ਤੋਂ ਵੱਡੀਆਂ ਹੋਣਗੀਆਂ ਤਾਂ ਆ ਮੋਡੂਲਸ ਫੰਕਸ਼ਨ ਦੀ ਵੈਲਿਊ ਕਿੰਨੀ ਹੋਏਗੀ? +x। ਔਰ ਜਦੋਂ ਆਪਾਂ ਡੋਮੇਨ ਦੇ ਵਿੱਚੋਂ ਨੈਗੇਟਿਵ ਵੈਲਿਊਜ਼ ਲੈ ਰਹੇ ਹਾਂ ਤਾਂ ਫੰਕਸ਼ਨ ਦੀ ਵੈਲਿਊ ਕਿਹੜੀ ਹੋਏਗੀ? -x। ਚਲੋ ਇਹਨੂੰ ਆਪਾਂ ਇੱਕ ਵਾਰੀ ਟੇਬਲ ਬਣਾ ਕੇ ਦੇਖੀਏ, ਫਿਰ ਆਪਾਂ ਨੂੰ ਸਮਝ ਆਏਗਾ। ਇਹ ਆਪਾਂ x ਦੀ ਵੈਲਿਊ ਲੈ ਰਹੇ ਹਾਂ ਔਰ ਇਹ ਆਪਣੇ ਕੋਲ y ਮੋਡੂਲਸ ਦੀ ਵੈਲਿਊ ਆਏਗੀ, ਰਾਈਟ। ਇੱਥੇ ਮੈਂ 0 1 2 3 4 ਐਂਡ ਸੋ ਔਨ ਇੱਥੇ ਲੈ ਰਿਹਾ -1 -2 -3। ਤਾਂ ਮੈਂ ਤੁਹਾਨੂੰ ਕੀ ਕਿਹਾ ਹੈ? ਜਦੋਂ 0 ਹੋਏਗਾ ਤਾਂ 0 ਜਾਂ 0 ਤੋਂ ਵੱਡਾ ਤਾਂ x ਦੀ ਵੈਲਿਊ ਕਿੰਨੀ ਆ ਜਾਏਗੀ? 0 ਹੈ ਤਾਂ ਦੇਖੋ ਆ 0 ਆ ਗਈ, है ना। x एज इट इज x आ जाएगा, जो x है वही आ जाएगा। x की वैल्यू पॉजिटिव है, 1 है तो 1 आ गया पॉजिटिव, 2 है तो 2 आ गया, 3 है तो 3 आ गया, 4 है तो 4 आ गया। इधर देखो x की वैल्यू जो नेगेटिव है, नेगेटिव मींस वैल्यू कितनी है? -1। तो जो x की वैल्यू है ਉਹਦੇ ਅੱਗੇ -4 ਲੱਗ ਜਾਏਗਾ। ਕਦੋਂ? ਜਦੋਂ x ਦੀ ਵੈਲਿਊਜ਼ ਨੈਗੇਟਿਵ ਜਾ ਰਹੀਆਂ ਨੇ। ਹੁਣ x ਦੀ ਵੈਲਿਊ ਕਿੰਨੀ ਹੈ ਆਪਣੇ ਕੋਲ? -1। ਤਾਂ y ਦੀ ਵੈਲਿਊ ਕਿੰਨੀ ਆ ਜਾਏਗੀ? -1 ਦੇ ਅੱਗੇ ਮਾਈਨਸ ਹੋਰ ਲੱਗੇਗਾ ਤਾਂ +1। x ਦੀ ਵੈਲਿਊ ਨੈਗੇਟਿਵ ਨੇ ਤਾਂ ਕਿੰਨੀ ਆਏਗੀ? ਮਾਈਨਸ। तो माइनस ऑफ दिस इज +2, माइनस ऑफ दिस इज +3, माइनस ऑफ 4 इज 4। यानी कि इन एनी केस मॉडुलस फंक्शन ਜਿਹੜਾ ਹੈਗਾ x ਦੀ ਆਪਾਂ ਕੋਈ ਵੀ ਵੈਲਿਊ ਲੈ ਲਈਏ, ਕੋਈ ਵੀ ਵੈਲਿਊ ਦਾ ਮਤਲਬ ਹੈ ਚਾਹੇ ਉਹ ਪੋਜ਼ਿਟਿਵ ਵੈਲਿਊ ਚਾਹੇ ਉਹ ਨੈਗੇਟਿਵ ਵੈਲਿਊ, y ਦੀ ਵੈਲਿਊਜ਼ ਜਿਹੜੀਆਂ ਨੇ ਉਹ ਪੋਜ਼ਿਟਿਵ ਹੀ ਆਣਗੀਆਂ। देखो ਤੁਸੀਂ ਗ੍ਰਾਫ ਨਾਲ ਵੀ ਦੇਖ ਚੈੱਕ ਕਰ ਸਕਦੇ ਹੋ। ਹੁਣ ਤੁਸੀਂ ਤਾਂ ਗ੍ਰਾਫ ਬਣਾਓ, ਠੀਕ ਹੈ, ਆਹ ਵਾਲੀ ਸਾਰੀ ਵੈਲਿਊਜ਼ ਡਰਾ ਕਰ ਲਓ, ਫਿਰ y ਦੀ ਵੈਲਿਊ ਡਰਾ ਕਰੋ, ਤੁਹਾਡੇ ਕੋਲ ਆਹੀ ਗ੍ਰਾਫ ਬਣੇਗਾ। ਹੁਣ ਦੇਖੋ ਧਿਆਨ ਨਾਲ, ਇਹਦੇ ਵਿੱਚ x ਪੋਜ਼ਿਟਿਵ ਵੀ ਹੈਗਾ, x ਨੈਗੇਟਿਵ ਵੀ ਹੈ, ਫਸਟ ਕੁਆਡਰੈਂਟ ਵੀ ਹੈ, ਸੈਕਿੰਡ ਹੈ, ਲੇਕਿਨ y ਦੀ ਜਿਹੜੀ ਵੈਲਿਊਜ਼ ਨੇ ਉਹ ਅਬਵ x ਐਕਸਿਸ ਹੀ ਹੈ। ਅਬਵ ਮੀਨਸ y ਪੋਜ਼ਿਟਿਵ ਐਕਸਿਸ ਪਾਸੇ ਹੀ y is equal to fx ਦੀ ਵੈਲਿਊਜ਼ ਆ ਰਹੀਆਂ ਨੇ। ਤੁਸੀਂ ਡਰਾ ਕਰੋਗੇ ਤਾਂ ਐਗਜ਼ੈਕਟਲੀ ਆਹੀ ਗ੍ਰਾਫ ਆਏਗਾ। ओके, ਹੁਣ ਇਹਦਾ ਡੋਮੇਨ ਕੀ ਬਣਦੀ ਹੈ? ਡੋਮੇਨ ਤਾਂ ਆਪਾਂ ਦੇਖੋ ਸੈਟ ਆਫ ਰੀਅਲ ਨੰਬਰਸ ਲੈ ਹੀ ਰਹੇ ਹਾਂ, ਲੇਕਿਨ ਆਪਣੇ ਕੋਲ ਕਿਹੜੇ ਰੀਅਲ ਨੰਬਰ ਆ ਰਹੇ ਨੇ? ਪੋਜ਼ਿਟਿਵ ਰੀਅਲ ਨੰਬਰਸ ਆ ਰਹੇ ਨੇ। ਰੀਅਲ ਨੰਬਰ ਮਤਲਬ ਇਹਦੇ ਡੈਸੀਮਲਸ ਵੀ ਤੁਸੀਂ ਲਗੋਗੇ ਤਾਂ ਡੈਸੀਮਲ ਵੈਲਿਊ ਹੀ ਆਏਗੀ। ਕਿਉਂ? ਜੋ x ਦੀ ਵੈਲਿਊ ਭਰ ਰਹੇ ਹਾਂ ਉਹੀ x ਦੀ ਵੈਲਿਊ ਆ ਰਹੀ ਹੈ। ਅਗਰ ਆਪਾਂ ਗ੍ਰੇਟਰ ਦੈਨ ਲੈ ਰਹੇ ਹਾਂ ਔਰ ਅਗਰ ਆਪਾਂ ਲੈਸ ਦੈਨ ਲੈ ਰਹੇ ਹਾਂ ਤਾਂ ਜੋ ਵੈਲਿਊ ਲੈ ਰਹੇ ਹਾਂ ਉਹਦੀ ਨੈਗੇਟਿਵ ਹੋ ਜਾਏਗਾ। दैट इज आवर रेंज सेट। अगली डेफिनेशन है सिग्नम फंक्शन की।
the function fx from R to R, real function, is defined by fx is equal to 1 0 minus 1. 1 कदों है जो x पॉजिटिव है, 0 कदों है जो x 0 है, और -1 कदों है जो x की वैल्यू नेगेटिव है। तो जो आप पॉजिटिव वैल्यू ले रहे हैं तो केवल एक वैल्यू आएगी, कांस्टेंट वैल्यू, दैट इज 1, और 1 ही आएगी, कोई और नहीं वैल्यू आएगी, बस 1 ही आएगी, यानी कि y की वैल्यू 1, यानी कि एक एजी लाइन जो x एक्सिस के पैरेलल है एट अ डिस्टेंस ऑफ y इज इक्वल टू 1। x 0 है तो 0 आ जाएगी, और x नेगेटिव वैल्यू ले रहे हैं तो फंक्शन की वैल्यू -1 आएगी। दैट टाइप ऑफ फंक्शन इज नोन एज सिग्नम फंक्शन। ਇਹਦੀ ਜਿਹੜੀ ਡੋਮੇਨ ਹੋਏਗੀ ਉਹ r ਹੈ, ਕਿਉਂਕਿ ਆਪਾਂ ਸੈਟ ਆਫ ਰੀਅਲ ਨੰਬਰ ਵਿੱਚੋਂ ਐਲੀਮੈਂਟਸ ਲੈ ਰਹੇ ਹਾਂ। ਰੇਂਜ ਜਿਹੜੀ ਆਏਗੀ ਉਹ ਕੇਵਲ ਆ ਤਿੰਨ ਐਲੀਮੈਂਟਸ ਹੀ ਆਣਗੇ, x ਦੀ ਕੋਈ ਵੈਲਿਊ ਮਰਜ਼ੀ ਫੰਕਸ਼ਨ ਦੇ ਵਿੱਚ ਭਰ ਲਓ, ਪੁਆਇੰਟ ਸਾਡੇ ਕੋਲ ਵੈਲਿਊ ਸਾਡੇ ਕੋਲ ਸਿਰਫ ਤਿੰਨ ਵੈਲਿਊਜ਼ ਹੀ ਆਣਗੀਆਂ, 1 0 ਐਂਡ -1। ਔਰ ਗ੍ਰਾਫ ਕੀ ਬਣੇਗਾ, ਜਦੋਂ ਆਪਾਂ ਗ੍ਰਾਫ ਬਣਾਵਾਂਗੇ ਇਹਦਾ x ਦੀ ਜੋ ਮਰਜ਼ੀ ਵੈਲਿਊ ਭਰ ਲਓ, ਤੁਹਾਡੇ ਕੋਲ y ਦੀ ਵੈਲਿਊ ਕੀ ਆਏਗੀ, एक लाइन आएगी दैट इज पैरेलल टू x एक्सिस एट a distance of y is equal to 1, at a distance of y is equal to -1 on the lower side, and the whole x axis that denotes the value of y is equal to 0। okay, एक बहुत ही इंपॉर्टेंट फंक्शन ਆਪਾਂ डिस्कस कर रहे हैं, ग्रेटेस्ट इंटीजर फंक्शन। ਇਹਨੂੰ ਜਰਾ ਧਿਆਨ ਨਾਲ ਸਮਝਿਓ, ਕਿਉਂਕਿ ਇਹਦਾ ਕਨਸੈਪਟ ਜਿਹੜਾ ਹੈ ਬੜਾ ਜਲਦੀ ਜੀ ਸਮਝ ਨਹੀਂ ਆਉਂਦਾ ਬੱਚਿਆਂ ਨੂੰ, ਤਾਂ ਕਈ ਵਾਰੀ ਉਹ ਆ ਕੇ ਫਿਰ ਇਹਦੇ ਕੁਐਸਚਨ ਹੀ ਦੁਬਾਰਾ ਪੁੱਛਦੇ ਨੇ। ठीक है, तो ग्रेटेस्ट फंक्शन, ग्रेटेस्ट इंटीजर फंक्शन जिन्हें आप स्टेप फंक्शन भी कह रहे हैं या फ्लोर फंक्शन भी कह रहे हैं। इट्स डेफिनेशन इज लेट्स वी आर डिफाइनिंग अ फंक्शन फ्रॉम सेट ऑफ रियल्स टू सेट ऑफ रियल्स। ਇਹਦੇ ਵਿੱਚ ਰੀਅਲ ਨੰਬਰ ਦਾ ਜਿਹੜਾ ਹੈ ਉਹ ਸਬਸੈਟ ਵੀ ਹੋ ਸਕਦਾ ਹੈ। ਤੁਸੀਂ ਅੱਗੇ ਜਾ ਕੇ ਦੇਖੋਗੇ ਇਹਦੀ ਜਿਹੜੀ ਰੇਂਜ ਬਣੇਗੀ, ਰੇਂਜ ਸੈਟ ਜਿਹੜਾ ਬਣੇਗਾ ਉਹ ਸੈਟ ਆਫ ਇੰਟੀਜਰਸ ਹੀ ਬਣੇਗਾ। दैट्स व्हाई द फंक्शन हैविंग नेम एज ग्रेटेस्ट इंटीजर फंक्शन, and it is defined by fx is equal to x and it is enclosed with our brackets। ਇਹ ਲਿਖਣ ਦਾ ਇੱਕ ਤਰੀਕਾ ਹੈ, ਮਤਲਬ ਇਸ ਤਰ੍ਹਾਂ ਦਾ ਕੋਈ ਵੀ ਫੰਕਸ਼ਨ ਅਗਰ ਤੁਹਾਨੂੰ ਲਿਖਿਆ ਆਏਗਾ ਤਾਂ ਉਹ ਗ੍ਰੇਟੈਸਟ ਇੰਟੀਜਰ ਫੰਕਸ਼ਨ ਹੋਏਗਾ, ਜਿਹਦੇ ਵਿੱਚ x ਜਿਹੜਾ ਹੈ ਉਹ ਸੈਟ ਆਫ ਰੀਅਲ ਨੰਬਰਸ ਨਾਲ ਬਿਲੋਂਗ ਕਰਦਾ ਹੈ, and is called a greatest integer function if this greatest integer function is equal to x। अगर x इंटीजर है, मतलब अगर एस ब्रैकेट ਦੇ ਵਿੱਚ ਕੋਈ ਤੁਹਾਡੇ ਕੋਲ ਇੰਟੀਜਰ ਹੈ ਤਾਂ ਉਹ ਐਜ਼ ਇਟ ਇਜ਼ ਵੈਲਿਊ ਆ ਜਾਏਗੀ, ਰਾਈਟ, ਅਗਰ x ਇੰਟੀਜਰ ਹੋਵੇ ਤਾਂ। ਔਰ ਅਗਰ x ਇੰਟੀਜਰ ਨਾ ਹੋਵੇ ਤਾਂ ਮੰਨ ਲਓ ਇੱਥੇ ਕੋਈ ਹੋਰ ਵੈਲਿਊ ਹੈ ਜਿਹੜੀ ਇੰਟੀਜਰ ਨਹੀਂ ਹੈ, ਠੀਕ ਹੈ, ਇੰਟੀਜਰ मतलब होल नंबर, और चाहे वो पॉजिटिव है चाहे नेगेटिव है चाहे जीरो है, ठीक है। तो अगर होल नंबर नहीं है तो कुछ ना कुछ हो सकता, फ्रैक्शन आ जाए, ठीक है, रैशनल नंबर आ जाए, तो तुसी की करोगे ਉਹਨੂੰ ਡਿਵਾਈਡ ਕਰਕੇ, ਜਿਵੇਂ ਮੰਨ ਲਓ ਸਪੋਜ਼ ਰੈਸ਼ਨਲ ਨੰਬਰ ਹੈ ਤਾਂ ਡਿਵਾਈਡ ਕਰਕੇ ਤੁਸੀਂ ਲੈਫਟ ਸਾਈਡ ਦੇਖੋਗੇ ਉਹਦੀ ਕਿ ਲੈਫਟ ਸਾਈਡ ਦੇ ਉੱਪਰ ਇੰਟੀਜਰ ਕਿਹੜਾ ਆ ਰਿਹਾ ਹੈ, ਬਸ ਉਹ ਵਾਲੀ ਵੈਲਿਊ ਤੁਸੀਂ ਚੱਕ ਲੋਗੇ। ਐਨ ਇੰਟੀਜਰ ਇਮੀਡੀਏਟਲੀ ਔਨ ਦਾ ਲੈਫਟ ਆਫ x if x is not equal to x does not belong to set of integers। ਤੇ ਆ ਕੁਝ ਤੁਹਾਡੇ ਕੋਲ ਹੈਲਪਿੰਗ ਫਾਰਮੂਲੇ ਕਹਿ ਲਓ ਜਾਂ ਹੈਲਪਿੰਗ ਪੁਆਇੰਟਸ ਨੇ ਜਿਹੜੇ ਤੁਸੀਂ ਗ੍ਰੇਟੈਸਟ ਇੰਟੀਜਰ ਫੰਕਸ਼ਨ ਜਦੋਂ ਤੁਸੀਂ ਕੱਢੋਗੇ ਤਾਂ ਤੁਹਾਨੂੰ ਹੈਲਪ ਕਰਨਗੇ ਕਿ ਆਪਾਂ ਕਿਹੜਾ ਵੈਲਿਊ x ਦੀ ਲੈਣੀ ਹੈ ਜਿਹੜਾ ਗ੍ਰੇਟੈਸਟ ਇੰਟੀਜਰ ਫੰਕਸ਼ਨ ਨੂੰ ਸੈਟੀਸਫਾਈ ਕਰ ਪਾਏ। ਤਾਂ ਗ੍ਰੇਟੈਸਟ ਇੰਟੀਜਰ ਫੰਕਸ਼ਨ ਇਜ਼ ਇਕੁਅਲ ਟੂ x if x belongs to set of integers, this is less than x, यानी कि लेफ्ट साइड ऑफ that number। अगर x इंटीजर नहीं है तो ਉਹਦੇ ਲੈਫਟ ਸਾਈਡ ਤੇ ਚਲੇ ਜਾਓ। ਲੈਫਟ ਦਾ ਮਤਲਬ ਉਹਦੇ ਲੈਫਟ ਤੇ ਕਿਹੜਾ ਇੰਟੀਜਰ ਆ ਰਿਹਾ ਹੈ, ਜਿਵੇਂ ਮੰਨ ਲਓ 4.5 ਹੈ ਤਾਂ 4.5 ਦੇ ਰਾਈਟ ਸਾਈਡ ਦੇ ਤਾਂ ਹੈਗਾ 5 ਇੰਟੀਜਰ, और 4.5 ਦੇ ਲੈਫਟ ਤੇ ਕੌਣ ਹੈ 4, ਤਾਂ ਤੁਸੀਂ ਉਹ 4 ਚੂਜ਼ ਕਰਨਾ ਹੈ, ਰਾਈਟ। और अगर 0 is less than equal to x less than 1, 0 और 1 ਦੇ ਵਿੱਚ ਹੈ ਤਾਂ ਤੁਸੀਂ ਇੰਟੀਜਰ ਲੈਣਾ ਹੈ 0, ਓਕੇ, ਲੈਫਟ ਵਿੱਚ ਲੈਣਾ ਹੈ। 0 और 1 ਦੇ ਵਿੱਚ ਕਿੰਨੇ ਹੀ ਰੀਅਲ ਨੰਬਰਸ ਨੇ ਆਪਣੇ ਕੋਲ, ਲੇਕਿਨ ਆਪਾਂ ਇੰਟੀਜਰ ਲੈਣਾ ਹੈ, ਰਾਈਟ। ਹੁਣ ਆ ਜਾਓ, ਅਗਰ x ਦੀ ਵੈਲਿਊ ਕਿਸੇ ਵੀ ਕਾਂਸਟੈਂਟ ਔਰ ਇੱਥੇ ਕਾਂਸਟੈਂਟ ਹੈ और ਇੱਥੇ ਕਾਂਸਟੈਂਟ ਦੀ ਵੈਲਿਊ ਇੱਕ ਜ਼ਿਆਦਾ ਹੈ, ਜਿਵੇਂ ਮੰਨ ਲਓ ਕਾਂਸਟੈਂਟ ਹੋ ਗਿਆ 4 और ਇੱਥੇ ਹੋ ਗਿਆ 5, ਤਾਂ ਤੁਸੀਂ x ਦੀ ਵੈਲਿਊ ਕਿਹੜੀ ਚੂਜ਼ ਕਰੋਗੇ, ਜਿਹੜੀ ਛੋਟੀ ਵੈਲਿਊ ਹੈ, ਲੈਫਟ ਵਾਲੀ ਵੈਲਿਊ ਹੈ, ਰਾਈਟ। ਇੱਥੇ ਆਪਾਂ ਜਦੋਂ ਇਹਨੂੰ ਸੋਲਵ ਕਰਦੇ ਹਾਂ ਔਰ ਆਪਾਂ ਇਹਦੀ ਡੈਫੀਨੇਸ਼ਨ ਦੇਖਦੇ ਹਾਂ, ਜਦੋਂ ਆਪਾਂ ਵੈਲਿਊਜ਼ ਕੱਢਦੇ ਹਾਂ ਉਦੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਇਹਦੀ ਜਿਹੜੀ ਡੋਮੇਨ ਆਉਂਦੀ ਹੈ ਦੈਟ ਇਜ਼ ਸੈਟ ਆਫ ਰੀਅਲ ਨੰਬਰਸ, ਔਰ ਜਿਹੜੀ ਰੇਂਜ ਸੈਟ ਆਏਗਾ ਉਹ ਇੰਟੀਜਰ ਸੈਟ ਹੀ ਆਏਗਾ। दैट्स व्हाई द नेम ऑफ द फंक्शन इज इंटीजर फंक्शन।
ठीक ਹੁਣ ਥੋੜੀ ਐਗਜ਼ਾਮਪਲਸ ਆਪਾਂ ਦੇਖ ਲੈਂਦੇ ਆ ਕਿ ਇਹਦੀ ਛੋਟੀ ਮੋਟੀ ਆਪਾਂ ਐਗਜ਼ਾਮਪਲ ਲੈਂਦੇ ਆ ਤਾਂ ਉਹਦੇ ਨਾਲ ਆਪਾਂ ਨੂੰ ਜ਼ਿਆਦਾ ਕਲੀਅਰ ਹੋਏਗਾ। ਜਿਵੇਂ ਕਿ ਇੱਥੇ ਤੁਹਾਡੇ ਕੋਲ ਐਗਜ਼ਾਮਪਲ ਹੈ, ਸਪੋਜ਼ ਕਰੋ ਕਿ ਇੱਥੇ ਤੁਹਾਡੇ ਕੋਲ 5 ਹੈ, ਠੀਕ ਹੈ, ਇਹਦੀ ਗ੍ਰੇਟੈਸਟ ਇੰਟੀਜਰ ਵੈਲਿਊ ਆਪਾਂ ਦੇਖਣੀ ਹੈ, ਇਧਰ -3 ਹੈ, ਰਾਈਟ। ਇੱਥੇ ਹੈਗਾ ਤੁਹਾਡੇ ਕੋਲ 13/4 13/4 फ्रैक्शन रैशनल नंबर आ गया अपने को, राइट। ਇੱਥੇ ਹੈਗਾ ਆਪਣੇ ਕੋਲ 3.9। ਇਹਨਾਂ ਸਾਰਿਆਂ ਦੀ ਆਪਾਂ ਗ੍ਰੇਟੈਸਟ ਇੰਟੀਗਰਲ ਵੈਲਿਊ ਸੋਲਵ ਕਰਕੇ ਦਿਖਾਣੀ ਹੈ, ਰਾਈਟ। ਔਰ ਇੱਥੇ ਹੈਗਾ ਮੇਰੇ ਕੋਲ 7/2 -7/2, ਰਾਈਟ। ਹੁਣ ਆਪਾਂ ਦੇਖਦੇ ਆ ਕਿ ਇਹਦੇ ਵਿੱਚ ਇੰਟੀਗਰਲ ਵੈਲਿਊ ਕਿਹੜੀ ਹੋਏਗੀ, ਰਾਈਟ। ਹੁਣ ਜਿਵੇਂ ਇਹਦਾ ਇੰਟੀਜਰ ਹੀ ਹੈ, 5 ਇਜ਼ ਐਨ ਇੰਟੀਜਰ, ਪੋਜ਼ਿਟਿਵ ਇੰਟੀਜਰ, ਤਾਂ 5 ਐਜ਼ ਇਟ ਇਜ਼ ਆ ਜਾਏਗਾ। -3 इज आल्सो इंटीजर, -3 वैल्यू आ जाएगी, राइट। इफ x बिलोंग्स टू सेट ऑफ इंटीजर्स। ਇੱਥੇ ਆਓ, ਹੁਣ ਜਦੋਂ ਆਪਾਂ ਇਹਨੂੰ ਡਿਵਾਈਡ ਕਰਦੇ ਹਾਂ ਤਾਂ ਆਪਣੇ ਕੋਲ ਕਿੰਨਾ ਆਉਂਦਾ ਹੈ, .25, ਰਾਈਟ। ਹੁਣ 3.25 ਦੇ ਰਾਈਟ ਵਿੱਚ ਕੀ ਹੈ 4 और 3.2 ਦੇ ਲੈਫਟ ਵਿੱਚ ਕੀ ਹੈ, that is 3, तो ग्रेटेस्ट इंटीग्रल वैल्यू इज 3, राइट। ਹੁਣ आ जाओ -3.9 -3.9 ਦੇ ਲੈਫਟ ਵਿੱਚ ਕੌਣ ਹੈ, -4, और ਰਾਈਟ ਵਿੱਚ ਕੌਣ ਹੈ, -3, तो ਲੈਫਟ ਵਾਲੀ ਵੈਲਿਊ ਲੈਣੀ ਹੈ ਤੁਸੀਂ -4, ਠੀਕ ਹੈ। ਇੱਥੇ ਆ ਜਾਓ, ਇਹਦੀ ਵੈਲਿਊ ਕਰਦੇ ਹਾਂ, 3.5 आ गया, तो की आएगा फिर -4 अगेन, राइट। आ मतलब है कि अगर इंटीग्रल वैल्यू है तो इंटीग्रल वैल्यू ले लो, अगर इंटीग्रल वैल्यू नहीं है तो लेफ्ट वाली वैल्यू लो, राइट। ऐसे में लिखा है एन इंटीजर इमीडिएटली ऑन द लेफ्ट ऑफ x if x is not belongs to the set of integers, राइट। ये अपने को डेफिनेशन जो मैं ਤੁਹਾਨੂੰ क्लियर ਕੀਤੀ। ਹੁਣ ਆਪਾਂ ਇਹਦਾ ਗ੍ਰਾਫ ਬਣਾਉਂਦੇ ਹਾਂ। ग्रेटेस्ट इंटीजर फंक्शन ਦਾ ਜਦੋਂ ਆਪਾਂ ਗ੍ਰਾਫ ਬਣਾਵਾਂਗੇ, we are defining the function as y is equal to fx and this is the greatest integer function। x ਦੀ ਜਿਹੜੀ ਵੈਲਿਊਜ਼ ਨੇ ਦੇਖੋ ਆਪਾਂ ਕਿਵੇਂ ਲੈ ਰਹੇ ਹਾਂ, दोनों पासे ही you can move on the left side also up to infinite and on the right hand side you can move up to infinite। और वैल्यूज की ले रहे हैं, x is in between, -3 is less than or equal to x, x is less than 2, -2 is less than equal to x, x is less than equal to -1, here we have -2, okay। -1 is less than equal to x, x is less than 0, 0 to 1, 1 to 2, 2 to 3। now according to our this formula जो मैं ਤੁਹਾਨੂੰ ਦੱਸਿਆ ਸੀਗਾ, k है और k plus 1 है, ਇੱਥੇ k is less than or equal to x, x is less than k plus 1, ठीक है। आप ठीक करो, x is less than equal to k plus 1, राइट। तो आप वैल्यू की लवांगे k। ਹੁਣ ਇੱਥੇ ਕੀ ਵੈਲਿਊ ਆ ਰਹੀ ਹੈ, ਇੱਥੇ ਹੈ ਇਹਨੂੰ ਆਪਾਂ ਥੋੜਾ ਮੋਡੀਫਾਈ ਕਰਕੇ ਲਿਖਦੇ ਆ less than -2। ਇੱਥੇ ਵੈਲਿਊ ਕੀ ਆਏਗੀ, ਜੋ ਲੈਫਟ ਸਾਈਡ ਵਾਲਾ ਇੰਟੀਜਰ ਹੈ -3, ਇੱਥੇ ਜੋ ਲੈਫਟ ਸਾਈਡ ਵਾਲਾ ਇੰਟੀਜਰ ਹੈ, ਇੱਥੇ ਜੋ ਲੈਫਟ ਸਾਈਡ ਵਾਲਾ ਇੰਟੀਜਰ ਹੈ, ਲੈਫਟ ਸਾਈਡ ਵਾਲਾ ਕੀ ਹੈ, तो ਦੱਸਿਆ ਇੱਥੇ ਮੈਂ 0 और 1 ਦੇ ਵਿੱਚ ਹੋਵੇ ਤਾਂ ਕੀ ਵੈਲਿਊ ਲੈਣੀ ਹੈ 0, 1 और 2 ਦੇ ਵਿੱਚ ਲੈਫਟ ਵਾਲਾ ਕਿਹੜਾ ਹੈ 1, 2 और 3 ਦੇ ਵਿੱਚ ਲੈਫਟ ਵਾਲਾ ਕੌਣ ਹੈ 2, 3 और 4 ਦੇ ਵਿੱਚ ਲੈਫਟ ਵਾਲਾ ਕੌਣ ਹੈ 3। ਤਾਂ ਇਹ ਵੈਲਿਊਜ਼ ਵੀ ਮੂਵ ਕਰਨਗੇ ਅਪ ਟੂ ਇਨਫਿਨਿਟੀ ਐਂਡ ਅਪ ਟੂ ਇਨਫਿਨਿਟੀ, ਰਾਈਟ। ਹੁਣ ਆਪਾਂ ਆ ਗ੍ਰਾਫ ਵਿੱਚ ਉਹਨੂੰ ਡਰਾ ਕਰਦੇ ਆ, ਇਹਦਾ ਗ੍ਰਾਫ ਕਿਵੇਂ ਆਏਗਾ। देखो स्टेप फंक्शन ਇਹਨੂੰ ਆਪਾਂ ਕਹਿੰਦੇ ਆ, ਤਾਂ ਹੀ ਇਹਦੇ ਸਟੈਪਸ ਆਉਂਦੇ ਆ, ਠੀਕ ਹੈ। ਔਰ ਟੁੱਟਵਾ ਹੋਇਆ ਗ੍ਰਾਫ ਆਉਂਦਾ ਹੈ, ਰੈਗੂਲਰਿਟੀ ਨਹੀਂ ਆਉਂਦੀ ਉਹਦੇ ਵਿੱਚ। तो देखो पहले आप करते हैं -3 और 2 ਦੇ ਵਿੱਚ, -3 और 2 ਆ ਹੈ x ਦੀ ਵੈਲਿਊ, y ਦੀ ਵੈਲਿਊ ਕਿੰਨੀ ਆ ਰਹੀ ਹੈ -3। ਤਾਂ ਇੱਥੇ ਆ ਜਾਓ ਤੁਸੀਂ -3 और 2, राइट। ये है अपने को x ਦੀ ਵੈਲਿਊ और आ है ਇਹਨੂੰ ਬਿਲਕੁਲ ਜਿਹੜਾ y ਦੇ ਸਾਹਮਣੇ ਆਪਾਂ ਬਣਾਉਂਦੇ ਆ, ਠੀਕ ਹੈ। ਆ y ਹੈ और ਇੱਥੇ ਹੈ -3 और 2, ओके। दिस इज -3 और -2 और y ਦੀ ਵੈਲਿਊ ਕਿੰਨੀ ਹੈ -3, ਠੀਕ ਹੈ। ਤੇ ਨੈਕਸਟ ਆ ਜਾਓ -2 और -1 ਦੇ ਵਿੱਚ, -2 और -1 ਦੇ ਵਿੱਚ ਵੈਲਿਊ ਕੀ ਬਣਦੀ ਹੈ y ਦੀ
-2 ਤਾਂ ਇੱਥੇ ਆ ਜੋ ਆ ਹੋ ਗਿਆ -2 और आ हो गया -1 और किधर सामने आना है आपका -2 y की वैल्यू -1 और 0 ਦੇ ਵਿੱਚ -1 आ जाएगा और -1 और 0 आ हो गया ठीक है इथों ले लो और आ हो गया 0 तो आ वैल्यू होगी 3rd दिस इज -1 फिर आ जाओ 0 और 1 ਦੇ ਵਿੱਚ y 0 है तो x एक्सिस ਦੇ ਉੱਪਰ y 0 ही ਹੁੰਦਾ है फिर आ जाओ 1 और 2 ਦੇ ਵਿੱਚ 1 और 2 आ है 1 और 2 1 और 2 ਦੇ ਵਿੱਚ 1 वैल्यू है y भी ਤੇ आ हो गया x की वैल्यूज 1 और 2 और 1 ਦੇ सामने y वाला 1 ਦੇ सामने ठीक है 2 और 3 ਦੇ ਵਿੱਚ आ 2 और 3 है और वैल्यू है 2 ਵਿੱਚ ਕੀ कह रहे हैं ਆਪਾਂ ਤਾਂ हमें समझ आ रहा है कि 2 और 3 ਦੇ ਵਿੱਚ ਕੀ कर रहे हैं ਇਹਦਾ मतलब है 2 एक इंटीजर है 3 एक इंटीजर है और इन बिटवीन देयर आर लॉट्स ऑफ रियल नंबर्स बहुत ने डेसिमल नंबर्स बहुत ने ਇੱਥੇ भी आई है -2 एक इंटीजर है -1 इंटीजर है लेकिन इन बिटवीन देयर आर लॉट्स ऑफ रियल नंबर्स ਤਾਂ ਉਹ ਰੀਅਲ ਨੰਬਰਸ ਆਪਾਂ ਨਹੀਂ ਲੈਣੇ ਆਪਾਂ ਲੈਣੇ ਜਦੋਂ y ਦੀ ਵੈਲਿਊ ਕੱਢਾਂਗੇ ਤਾਂ ਲੈਫਟ ਸਾਈਡ ਵਾਲਾ ਇੰਟੀਜਰ ਲੈਣਾ ਹੈ ਆਪਾਂ ਜੋ ਮੈਂ ਇੱਥੇ ਲਿਖਿਆ ਵੀ ਹੈ ਤੁਹਾਡੇ ਕੋਲ ਤੇ ਇੱਥੇ ਅੱਗੇ ਕੀ ਆਏਗਾ ਆਪਣੇ ਕੋਲ ਆਪਾਂ ਲੈ ਲਿਆ ਸੀਗਾ 2 और 3 ਦੇ ਵਿੱਚ ਹੁਣ 3 और 4 ਦੇ ਵਿੱਚ ਵੀ ਲੈ ਲਓ ਉੱਥੇ ਮੈਂ ਨਹੀਂ ਸ਼ੋ ਕੀਤਾ ਇੱਥੇ ਸ਼ੋ ਕਰ ਦਿੰਨੇ ਆਪਾਂ ਆ ਹੈ 3 और 4 ਦੇ ਵਿੱਚ ਆਏਗਾ ਆਪਣੇ ਕੋਲ 3 ਵੈਲਿਊ ਆ ਜਾਏਗੀ ਆ ਹੈ this is or these all values are defined by this greatest integer function ਹੁਣ ਇਹਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਜਿਹੜਾ ਡੋਮੇਨ ਆਈ ਹੈ ਉਹ ਤਾਂ ਸੈਟ ਆਫ ਰੀਅਲ ਨੰਬਰਸ ਆਇਆ ਹੈ ਜਿਹੜੀ ਰੇਂਜ ਸੈਟ ਆਇਆ ਹੈ ਉਹ ਸੈਟ ਆਫ ਇੰਟੀਜਰ ਆਇਆ ਹੈ ਚਾਹੇ ਉਹ नेगेटिव इंटीजर्स ने चाहे पॉजिटिव इंटीजर्स ने सो दिस इज ऑल अबाउट आवर टाइप्स ऑफ फंक्शंस ਉਹਨਾਂ ਦੀ ਡੈਫੀਨੇਸ਼ਨਸ ਉਹਨਾਂ ਦੇ ਗ੍ਰਾਫ ਠੀਕ ਹੈ ਮੈਕਸਿਮਮ ਤੁਹਾਨੂੰ ਮੈਂ ਕਰਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਤੁਹਾਡੇ ਸਿਲੇਬਸ ਵਿੱਚ ਤੁਹਾਡੇ ਤੋਂ ਜੋ ਰਿਲੇਟਡ ਐਗਜ਼ਾਮਪਲਸ ਨੇ ਉਹਨਾਂ ਵਿੱਚ ਜਿਹੜੇ ਯੂਜ਼ ਹੋ ਸਕਦੇ ਆ ਤੁਹਾਨੂੰ ਮੈਂ ਮੈਕਸਿਮਮ ਦੱਸੇ ਨੇ ਠੀਕ ਹੈ ਇਨ ਫਰਦਰ ਕੁਐਸਚਨਸ ਇਫ ਵੀ ਨੀਡ ਸਮ ਮੋਰ ਐਗਜ਼ਾਮਪਲਸ ਔਰ ਸਮ ਮੋਰ ਡੈਫੀਨੇਸ਼ਨਸ then we will do at the right moment ਕਿ ਤੁਸੀਂ ਇਸ ਚੈਨਲ ਨੂੰ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਸਬਸਕ੍ਰਾਈਬ ਕਰਨਾ ਹੈ ਵੱਧ ਤੋਂ ਵੱਧ ਬੱਚੋ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਇਹ ਜ਼ਿਆਦਾ ਤੋਂ ਜ਼ਿਆਦਾ YouTube ਦੇ ਉੱਪਰ ਮੂਵ ਕਰ ਸਕੇ ਔਰ ਉਹ ਬੱਚਿਆਂ ਤੱਕ ਇਹਨਾਂ ਦੀ ਅਪਰੋਚ ਹੋ ਸਕੇ ਜਿਨ੍ਹਾਂ ਨੂੰ ਮੈਥਮੈਟਿਕਸ ਸਮਝ ਨਹੀਂ ਆ ਰਿਹਾ ਜਾਂ ਜਿਨ੍ਹਾਂ ਕੋਲ ਜਿਹੜਾ ਹੈਗਾ ਇਹਨੂੰ ਸਮਝਣ ਦੇ ਲਈ ਆਪਣੇ ਕੋਲ ਸੋਰਸਿਸ ਨਹੀਂ ਹੈਗੇ ਰਿਸੋਰਸਿਸ ਨਹੀਂ ਹੈਗੇ ਰਾਈਟ ਤੁਸੀਂ ਸਬਸਕ੍ਰਾਈਬ ਕਰਨਾ ਹੈ ਵੱਧ ਤੋਂ ਵੱਧ ਔਰ ਸ਼ੇਅਰ ਵੀ ਕਰਨਾ ਹੈ ਤੁਸੀਂ ਲਿੰਕ ਔਰ ਡੈਫੀਨਿਟਲੀ ਬੈਲ ਆਈਕਨ ਤੇ ਟਿਕ ਕਰਨਾ ਨਾ ਭੁੱਲਿਓ ਤਾਂ ਕਿ ਮੇਰੇ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਆਉਂਦੇ ਰਹਿਣ